ਜੂਨੀ ਸਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਰੋ ਆਪਨ ਨਿਕਟ ਬੁਲਾਵੋ। ਆਪਣੀ ਬੇਦ ਆਪ ਜਨਾਵੋ। ਧੰਨ ਧੰਨ ਮਹਾਂਪੁਰਖ ਬਾਬਾ ਪ੍ਰੇਮ ਸਿੰਘ ਜੀ ਪੂਰੀ ਵਾਲੇ, ਤਿੰਨਾਂ ਦੇ ਦਰ ਸਥਾਨਾਂ 'ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਦਾ ਸਦਕਾ ਸਨਮਾਨਯੋਗ ਸਾਧ ਸੰਗਤ ਆਪ ਜੀ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਕੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਸਰਬੱਤ ਦੀ ਹਾਜ਼ਰੀ ਦਰ ਪ੍ਰਵਾਨ ਕਰਨਾ, ਆਪ ਜੀ ਦੀ ਆਗਿਆ ਅਨੁਸਾਰ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨ। ਗੁਰੂ ਪਿਆਰੀ ਸਾਧ ਸੰਗਤ ਆਪ ਜੀ ਭਲੀ ਪ੍ਰਕਾਰ ਜਾਣਦੇ ਹੋ ਕਿ ਜੋ ਅੱਜ ਦਾ ਦਿਹਾੜਾ ਖਾਸ ਕਰਕੇ ਦੋ ਬਚਨਾਂ ਦੇ ਨਾਲ ਇਹਦਾ ਸੰਬੰਧ ਹੈ। ਇੱਕ ਤੇ ਆਮ ਕਰਕੇ ਜਿਹੜੇ 12 ਮਹੀਨੇ ਹਨ, ਸੰਗਰਾਂਦ ਦਾ ਹਰ ਜਿਹੜਾ ਪਹਿਲਾ ਦਿਨ ਹੈ ਉਦੋਂ ਵੀ ਦਿਹਾੜਾ ਮਨਾਇਆ ਜਾਂਦਾ ਹੈ ਆਰੰਭਤਾ ਕਰਕੇ। ਅਤੇ ਇਸ ਦਿਨ ਸਾਲ ਦੀ ਆਰੰਭਤਾ ਹੋ ਰਹੀ ਹੈ, ਜੋ ਸਾਡੀ ਵਿਰਾਸਤ ਦਾ ਪਿੱਛੋਂ ਜੋ ਵੀ ਇਹਦੇ ਅਨੁਸਾਰ ਸਾਡਾ ਇਹ ਫਰਜ਼ ਬਣਦਾ ਹੈ। ਅਤੇ ਮਹਾਰਾਜ ਕਿਰਪਾ ਕਰਨ ਇਸ ਵਾਸਤੇ ਜੋ ਹੁਕਮ ਹੋਇਆ ਕੁਝ ਸਮੇਂ ਵਾਸਤੇ ਇਸ ਪਵਿੱਤਰ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ, ਜੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ 12 ਮਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਨ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਵਿੱਚ ਉਚਾਰਨ ਕੀਤਾ, ਅਤੇ ਫਿਰ ਸਮਾਂ ਆਇਆ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ। ਅਤੇ ਇੱਕ ਦਿਨ ਜਦੋਂ ਸਤਿਗੁਰੂ ਜੀ ਰਾਮਸਰ ਸਾਹਿਬ ਮੰਜੀ ਸਾਹਿਬ ਗੁਰਬਾਣੀ ਦੀ ਰਚਨਾ ਕਰ ਰਹੇ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਉਚਾਰ ਕੇ ਇਹ ਜਹਾਜ਼ ਤਿਆਰ ਕਰ ਰਹੇ ਸਨ। ਅਤੇ ਉਸ ਵੇਲੇ ਇੱਕ ਪੰਡਤ ਵੀ ਮਹਾਰਾਜ ਦੀ ਹਾਜ਼ਰੀ ਵਿੱਚ ਆਇਆ, ਹਜ਼ੂਰੀ ਵਿੱਚ, ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਮੈਂ ਸੰਸਕ੍ਰਿਤ ਪੜ੍ਹਿਆ ਹੋਇਆ ਹਾਂ, ਪਰ ਮੇਰੀ ਜਿਹੜੀ ਕਥਾ ਵਿਚਾਰ ਹੈ ਇਹਦਾ ਕੁਝ ਬਹੁਤਾ ਸਰੋਤਿਆਂ ਨੂੰ ਜਿਹੜਾ ਆਨੰਦ ਨਹੀਂ ਆਉਂਦਾ। ਇਸ ਕਰਕੇ ਮੈਨੂੰ ਇਹ ਪ੍ਰੋਗਰਾਮ ਜਿਹੜਾ ਹੈ ਇਹ ਕਥਾ ਵਿਚਾਰ ਕਰਨ ਦਾ ਸਮਾਂ ਘੱਟ ਕਿਤੇ ਮਿਲਦਾ ਹੈ। ਅਤੇ ਆਪ ਜੀ ਦਾ ਵੱਡਾ ਘਰ ਹੈ ਜਿੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਕਿਰਪਾ ਕਰੋ ਅਤੇ ਮੈਂ ਸੰਗਰਾਂਦ ਵਾਲੇ ਦਿਨ ਕੁਝ ਵਿਚਾਰ ਜਿਹੜੀ ਹੈ ਸੰਗਤਾਂ ਦੇ ਨਾਲ ਸਾਂਝੀ ਕਰ ਲਿਆ ਕਰਾਂ ਅਤੇ ਮੇਰਾ ਗੁਜ਼ਾਰਾ ਚੱਲਦਾ ਰਹੇਗਾ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਜਿਵੇਂ ਹੋਰ ਸੇਵਕਾਂ ਦੀਆਂ ਮਨੋਕਾਮਨਾ ਗੁਰੂ ਨਾਨਕ ਦੇ ਘਰੋਂ ਪੂਰੀਆਂ ਹੁੰਦੀਆਂ ਹਨ, ਤੂੰ ਵੀ ਆ ਜਾਇਆ ਕਰ। ਇਸ ਪ੍ਰਕਾਰ ਉਹ ਜਿੱਦਣ ਵੀ ਸੰਗਰਾਂਦ ਦਾ ਦਿਹਾੜਾ ਹੁੰਦਾ ਅਤੇ ਆ ਕੇ ਕਥਾ ਵਿਚਾਰ ਕਰਦਾ ਰਿਹਾ। ਸੰਗਤਾਂ ਵੱਲੋਂ ਜੋ ਜਥਾ ਸ਼ਕਤ ਮਾਇਆ ਭੇਟ ਹੁੰਦੀ ਰਹੀ। ਇਸ ਪ੍ਰਕਾਰ ਉਹਦਾ ਵਾਹਵਾ ਗੁਜ਼ਾਰਾ ਚੱਲ ਪਿਆ। ਸਹੀਏ ਜਦੋਂ ਚੰਗਾ ਕਾਰੋਬਾਰ ਉਹਦਾ ਚੱਲ ਪਿਆ, ਹੱਥ ਖੁੱਲ੍ਹਾ ਹੋ ਗਿਆ ਖਰਚੇ ਵੱਲੋਂ, ਅਤੇ ਕੁਝ ਹੰਕਾਰ ਵਿੱਚ ਹੋ ਗਿਆ, ਕਿਉਂਕਿ ਇਹ ਮਾਇਆ ਐਸੀ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ, ਇਹ ਮਾਇਆ ਮੇਰੇ ਸਿੱਖ ਦੇ ਖਜ਼ਾਨੇ ਵਿੱਚ ਰਵੇ ਪਰ ਉਹਦੇ ਮਨ ਦੇ ਵਿੱਚ ਅਸਰ ਨਾ ਕਰ ਜਾਵੇ। ਚਾਰਨ ਕਰੋ ਸ੍ਰੀ ਵਾਹਿਗੁਰੂ। ਉਹਦੀ ਜੇਬ ਵਿੱਚ ਰਵੇ, ਉਹਦੇ ਮਨ ਦੇ ਵਿੱਚ ਨਾ ਪ੍ਰਭਾਵ ਇਹਦਾ ਪੈ ਜਾਵੇ।
क्योंकि सतगुरु नानक पातशाह जी के कोलों 12 कोह माया पिछे रही है, गुरु अंगद साहब जी तो 6 कोह पिछे रही है, तो गुरु अमरदास जी के दरवाजे ते आ करके ने बेनतियां कीतियां, महाराज मैनू सेवा बख्शो इस घर दे विच। ते सतगुरां ने ਇਹਦੀ बेनती पहला प्रवान ना की, जद बड़े ने तरले कीते बेनतियां कीतियां असल रूप में आ करके, तो सतगुरु जी कहन लगे फिर चौथे सतगुरु के चरणी लगना पवेगा। इस करके गुरु रामदास पातशाह महाराज जी के चरणों के इनू सेवा प्राप्त हुई गुरु घर दे विच, तां ही उत्थे माया बेअंत आके हाजिर होंदी है। सो कहण दा भाव ये माया जिहड़ी है, जे तो परमेश्वर की मानत समझ के सीधे रस्ते वरत्या जाए तो माया जीव की जिहड़ी है चंगी जिंदगी बना भी देंदी है। चंगे पासे एक लोड़वंद की सहायता की जाए, जिहड़े सही सही स्थान हैं उहदे अनुसार इहदा खर्चा किया जाए, सही लोड़ां अनुसार, तो ठीक रहिंदी है। जदों इहदी गलत वरतों होण लग पैंदी है तो ये माया भी जीव दे जिहड़े गुण तो अवगुण बन जाते हैं, उहदी मत जिहड़ी है उहदी भी जिहड़ी है मत की जिहड़ी अवस्था बदल जाती है, गुरमत तो दुरमत विच जीव आ जाता है। इस प्रकार वो पंडित जदों हंकार विच आ गया तो एक सगरांद ते आया ना, सतगुरां ने सिख नूं घल्लिया, भाई जाके उहनूं सद के लियाओ, संगत डीकदी है। उन्हें कहा मैं नहीं जाना, कहंदा सगरांद मैं सुणाउंदा हाँ, महीने का नाम मैं दसदा हाँ, विचार दसदा हाँ, तो गुरु तुसीं पंजवें पातशाह जी नूं मनदे हो, इस करके मैं नहीं जाना। सिखां ने आके जदों बेनती दसी महाराज के चरणों में, जो पंडित ने कहा सी, ते उस वेले बाबा बुढ़ा साहिब जी ने संगतां दे प्रेरणा करन करके महाराज के चरणों में बेनती की, सतगुरु कृपा करो, जो सानू होरना लोगों को जाके ये महीने का नाम सरवण करना पैंदा है, तो आप कृपा करो, जिथे होर आपने बड़ा वड्डा परोपकार के कई बाणियां की रचना की है, तो ये भी साढ़े ते रहमत कर दिओ, जो महीने का नाम जिहड़ा है गुरमत अनुसार सानू इहदे बारे को सोझी आ सके, तो जिहड़े आप जी के सेवक हैं आप जी की आग्या विच रह करके इसे रस्ते अपनी जिहड़ी अवस्था इनू सही कर सकण। तो सतगुरां क्या भाई 12 माह तो गुरु नानक साहिब जी ने भी उचारण किया है, तो उन्हें बेनती की, महाराज वो बाणी जिहड़ी समझनी थोड़ी कठिन लगती है, डंगाई विच उहदे अर्थ ना, इस करके एक सिखाण कर दिओ, साडे वास्ते कृपा करो। तो गुरु की साध संगत ये समझ लीए वो मूल पाठ है जिहड़ा गुरु नानक पातशाह जी ने तखारी राग विच 12 माह उचारण किया, तो पंजवें पातशाह जी ने माझ राग दे विच 12 माह उचारिया है। भाव के उस बाणी का सतगुरां ने आप ही टीका करके साडे ते रहमत की, उचारण करो श्री वाहिगुरू। सो इस प्रकार सतगुरां ने ये दसिया है कि भाई साल के 12 महीने मन्ने गए हैं, तो इस करके जदों ही आरंभता हुई है 2 12 माह गुरु ग्रंथ साहिब विच ही हैं, 2 10वें पातशाह जी ने उचारण किए हैं श्री कृष्ण अवतार विच, तो ये जिहड़ी आरंभता है साल की इस महीने तो मनी जाती है। इस करके कईयां ने सानू भुलेखे विच लै आंदा कि कई दिन अगे पिछे हो जाया करनगे, कई सालों तो बाद बहुत फर्क पै जाएगा दिनां दा, पर वो फिर भी कई बार भन्न तोड़ की इस कैलेंडर की, पर सही दिन फिर भी नहीं हो सके, किते 12 तरीक की संगरांद किते 17 की हो जाती है, पर जिहड़ा असल कारण सी उहनूं समझ नहीं सके, क्योंकि जिहड़ा साल है साल दे विच 2 महीने जदों आउंदे हन वो उस तरीक ते आउंदे रहे, जदों आप संगतां जाणदियां हो विसाखी का ते माघ का जिहड़ा महीना हुंदा है वो तकरीबन पक्की उस तरीक ते आउंदा रहा, तो अगे पिछे किवें हो सकता है। भाव सानू कई तरह के भुलेखे पा के सानू इतिहास नालों साडी विरासत नालों सानू बाणी की मर्यादा नालों नित नेम नालों तोड़न वास्ते कई भुलेखे पा दिते गए। सो रहो विचार गुरु कृपा करे। सो सतगुरां ने कहा भाई ये 12 जिहड़े महीने हैं
ਤੇ ਸੂਰਜ ਜਿਹੜਾ ਹੈ, ਸੂਰਜ ਦੇ ਹਿਸਾਬ ਦੇ ਨਾਲ ਇਹ ਕੈਲੰਡਰ ਜਿਹੜਾ ਚੱਲਦਾ, ਜਦੋਂ ਉਹਦੇ ਵਿੱਚ ਫਰਕ ਨਹੀਂ ਪੈਂਦਾ। ਜੇ ਚੰਦਰਮਾ ਦੇ ਹਿਸਾਬ ਨਾਲ ਬਣਦਾ ਹੈ ਤੇ ਉਹ ਅੱਗੇ ਪਿੱਛੇ ਹੋ ਜਾਂਦਾ, ਕਿਉਂਕਿ ਮੱਸਿਆ ਪੁੰਨਿਆ ਇੱਕੇ ਦਿਨ ਤੇ ਨਹੀਂ ਆਉਂਦੀਆਂ। ਸੂਰਜ ਦੀ ਸਾਲ ਬਾਅਦ ਰੁੱਤ ਤਕਰੀਬਨ ਉਹੋ ਹੀ ਆਉਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਫਿਰ ਇਹ ਸੂਰਜ ਆਪਣੀ ਜਗ੍ਹਾ ਤੋਂ ਦੂਜੀ ਜਗ੍ਹਾ ਜਦੋਂ ਬਦਲਦਾ ਹੈ ਮਹੀਨੇ ਬਾਅਦ, ਤੇ ਉਹਨੂੰ ਫਿਰ ਇਹ ਪੁਰਾਣੀ ਭਾਸ਼ਾ ਵਿੱਚ ਸੰਸਕ੍ਰਿਤ ਵਿੱਚ ਕਿਹਾ ਜਾਂਦਾ ਸਾਕ੍ਰਾਂਤ। ਭਲੀ ਪ੍ਰਕਾਰ ਜਿਹੜੀ ਕ੍ਰਾਂਤੀ ਆਉਣੀ, ਸਮੇਂ ਦੇ ਵਿੱਚ ਤਬਦੀਲੀ ਆਉਣੀ। ਤੇ ਉਸ ਦਿਨ ਦੀ ਜਦੋਂ ਸ਼ੁਰੂਆਤ ਹੁੰਦੀ ਸੀ ਤੇ ਉਹਨੂੰ ਸੰਕਰਾਂਤ ਤੋਂ ਭਾਵ ਇਹ ਬੋਲੀ ਹੌਲੀ ਹੌਲੀ ਬਦਲਦੀ ਸੰਗਰਾਂਦ ਬਣ ਗਈ। ਪੁਰਾਤਨ ਸਮੇਂ ਦੇ ਵਿੱਚ ਕਈ ਲੋਕ ਜਿਹੜੇ ਸਨ ਪਹਿਲਾਂ ਐਸਾ ਵੀ ਇਹ ਵਿਚਾਰ ਇਹਦੇ ਢੰਗ ਚੰਦਰਮਾ ਦੇ ਹਿਸਾਬ ਦੇ ਨਾਲ ਅੰਦਾਜ਼ਾ ਲਾਉਂਦੇ ਰਹੇ। ਸਹਿਜੇ ਸਹਿਜੇ ਫਿਰ ਇਹ ਸੰਗਰਾਂਦ ਦਾ ਜਿਹੜਾ ਜਿਵੇਂ ਚੱਲਿਆ ਸਿਲਸਿਲਾ, ਉਹਦੇ ਅਨੁਸਾਰ ਸਤਿਗੁਰੂ ਜੀ ਸਾਡੇ 'ਤੇ ਕਿਰਪਾ ਕਰਦੇ ਹਨ। ਇਹ ਸਾਲ ਦੀ ਜਦੋਂ ਆਰੰਭਤਾ ਕੀਤੀ ਹੈ, ਪਹਿਲੀਆਂ ਜਿਹੜੀਆਂ ਤੁਕਾਂ ਹਨ ਸਤਿਗੁਰੂ ਜੀ ਨੇ ਮੰਗਲ ਰੂਪ ਵਿੱਚ ਉਚਾਰਨ ਕੀਤੀਆਂ ਕਿ ਜੀਵ ਆਪਣੇ ਔਗਣਾ ਕਰਕੇ, ਮਾੜੇ ਕਰਮਾਂ ਕਰਕੇ ਪਰਮੇਸ਼ਰ ਤੋਂ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਹੈ। ਉਹਦੇ ਗਾੜੀ ਬੇਨਤੀ ਕਰੀਏ, ਉਹ ਸਾਨੂੰ ਜਾਚ ਦੱਸੀ ਕਿਵੇਂ ਬੇਨਤੀ ਕਰਨੀ, ਮਹਾਰਾਜ ਅੱਗੇ ਪ੍ਰਾਰਥਨਾ ਕਰਨੀ ਹੈ। ਤੇ ਅੱਗੇ 12 ਮਹੀਨਿਆਂ ਦਾ ਹਵਾਲਾ ਦੱਸ ਕੇ ਤੇ ਸਤਿਗੁਰਾਂ ਨੇ ਸੰਪੂਰਨਤਾ ਕਰਦਿਆਂ ਹੋਇਆਂ ਮੁੜ ਕੇ ਦੱਸਿਆ, ਭਾਈ ਜਿਨ੍ਹਾਂ ਨੇ ਗੁਰੂ ਕੀ ਮੱਤ ਅਨੁਸਾਰ ਨਾਮ ਜਪਿਆ ਉਹਨਾਂ ਦੇ ਸਾਰੇ ਕਾਰਜ ਰਾਸ ਹੁੰਦੇ ਹਨ। ਸੋ ਆਓ ਇਸ ਮਹੀਨੇ ਦੀ ਆਰੰਭਤਾ ਜਿਵੇਂ ਸਤਿਗੁਰਾਂ ਬਖਸ਼ਣਾ ਕੀਤੀ ਹੈ, ਇਹਦੇ ਨਾਲ ਜੁੜਨ ਦਾ ਯਤਨ ਕਰੀਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰੀ ਸਾਧ ਸੰਗਤ, ਇਹ 12 ਮਹੀਨਿਆਂ ਦੀ ਜਿਹੜੀ ਹੈ ਰਚਨਾ ਸਤਿਗੁਰਾਂ ਕੀਤੀ ਹੈ ਮਾਝ ਰਾਗ ਦੇ ਵਿੱਚ, ਤੇ ਚੌਥੇ ਘਰ ਵਿੱਚ ਇਹਨੂੰ ਗਾਇਨ ਕਰਨ ਦਾ ਜਿਹੜਾ ਰਾਗੀਆਂ ਨੂੰ ਸਤਿਗੁਰਾਂ ਹੁਕਮ ਕੀਤਾ ਹੈ। ਇਹ ਜਿਹੜਾ ਸੁਰ ਤਾਲ ਦਾ ਹਿਸਾਬ ਰੱਖਣ ਕਰਕੇ ਕਿ ਜਦੋਂ ਇਹ ਸ਼ਬਦ ਨੂੰ, ਇਸ ਰਾਗ ਨੂੰ ਗਾਉਣਾ ਹੈ, 12 ਮਾਹ ਦਾ ਜਿਹੜਾ ਪਾਠ ਹੈ ਇਹਦਾ ਕੀਰਤਨ ਕਰਨਾ ਹੈ, ਤੇ ਚੌਥੇ ਘਰ ਦੇ ਵਿੱਚ ਇਹਦਾ ਗਾਇਨ ਕੀਤਾ ਜਾਵੇ। ਤੇ ਮਹਾਰਾਜ ਅੱਗੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਾਵ ਇੱਕ ਪਰਮੇਸ਼ਰ ਜਿਹੜਾ ਅਦਵੈਤ ਰੂਪ ਹੈ, ਜਿਹਦੇ ਵਰਗਾ ਹੋਰ ਕੋਈ ਨਹੀਂ, ਨਾ ਹੈ ਤੇ ਨਾ ਪਹਿਲਾਂ ਸੀ ਤੇ ਨਾ ਅੱਗੇ ਹੋਵੇਗਾ। ਐਸਾ ਪਰਮੇਸ਼ਰ ਅਕਾਲ ਪੁਰਖ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਨੇ ਸਾਡੇ ਵਾਸਤੇ ਬੜਾ ਵੱਡਾ ਇਹ ਜਿਹੜਾ ਪਰਉਪਕਾਰ ਕੀਤਾ ਕਿ ਜਦੋਂ ਵੀ ਕਿਸੇ ਸ਼ਬਦ ਦੀ ਆਰੰਭਤਾ ਹੋਈ ਹੈ, ਘੱਟੋ ਘੱਟ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰਾਂ ਨੇ ਜ਼ਰੂਰ ਮੰਗਲ ਕਰਨਾ ਕੀਤਾ। ਕਈ ਥਾਈਂ ਮੰਗਲ ਵੱਡਾ ਵੀ ਲਿਖਿਆ ਹੈ, ਭਾਵ ਕਿ ਉਹ ਪਰਮੇਸ਼ਰ ਜਿਹੜਾ ਇੱਕ ਜੀ ਦੇ ਵਰਗਾ ਹੋਰ ਕੋਈ ਨਹੀਂ, ਸਾਰੀ ਦੁਨੀਆ ਦੀ ਰਚਨਾ ਕਰਨ ਵਾਲਾ, ਗੁਰੂ ਦੀ ਕਿਰਪਾ ਹੋਵੇ ਤਾਂ ਉਹਦੇ ਨਾਲ ਮਿਲਾਪ ਹੁੰਦਾ ਹੈ। ਕਹਿੰਦੇ ਹੈ ਸਾਰਿਆਂ ਦੇ ਵਿੱਚ ਰਮੇ ਹੋਏ, ਸਾਰਿਆਂ 'ਚ ਵਸੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਮਹਾਰਾਜ, ਅਸੀਂ ਜਿਹੜੇ ਮਾੜੇ ਕਰਮਾਂ ਕਰਕੇ, ਮਾੜੀ ਕਿਰਤ ਕਰਕੇ, ਕਿਉਂਕਿ ਮਾੜੀ ਕਿਰਤ ਕਿਹੜੀ ਹੈ, ਜਿਹੜਾ ਆਪਣੇ ਹੱਕ ਤੋਂ ਨਿਹੱਕ ਖਾਣਾ, ਜਿਵੇਂ 10 ਨੋਹਾਂ ਦੀ ਕਿਰਤ ਕਰਨੀ, ਉਹਦੇ ਅਨੁਸਾਰ ਨਾ ਚੱਲਣਾ, ਹੋਰ 2 ਨੰਬਰ ਦੀ ਕਮਾਈ ਕਰਨੀ, ਖਾਣਾ ਕਿਤੋਂ ਕਮਾਉਣਾ ਕਿਤੇ, ਕਰਨਾ ਕਿਸੇ ਦਾ ਫਾਇਦਾ। ਇਸ ਕਰਕੇ ਇਸ ਐਸੀ ਜਿਹੜੀ ਕਿਰਤ ਹੈ ਜੀਵ ਦੀ ਜਿਹੜੀ ਹੈ, ਉਹ ਕਿਰਤ ਵਿੱਚ ਫਰਕ ਪੈ ਜਾਂਦਾ ਹੈ, ਉਹਦਾ ਜਿਹੜਾ ਫਲ ਹੈ ਉਲਟਾ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਮਹਾਰਾਜ ਅਸੀਂ ਔਗਣਾ ਕਰਕੇ, ਮਾੜੇ ਕਰਮਾਂ ਕਰਕੇ ਤੇਰੇ ਤੋਂ ਵਿਛੜ ਚੁੱਕੇ ਹਾਂ। ਕਿਉਂਕਿ ਜਿਨ੍ਹਾਂ ਨੂੰ ਵੀ ਸਤਿਗੁਰਾਂ ਬਖਸ਼ਣਾ ਕੀਤਾ, ਭਾਵੇਂ ਕੋਈ ਚੋਰ ਸੀ, ਭਾਵੇਂ ਕੋਈ ਹੋਰ ਕਿਸੇ ਤਰ੍ਹਾਂ ਦੇ ਔਗਣਾ ਦਾ ਭਰਿਆ ਸੀ, ਤੇ ਮਹਾਰਾਜ ਨੇ ਪਹਿਲਾਂ ਉਹਨੂੰ ਇਹੀ ਕਿਹਾ, ਭਾਈ ਆਪਣੀ ਧਰਮ ਦੀ ਕਿਰਤ ਕਰਨੀ, ਕਿਸੇ ਦਾ ਹੱਕ ਨਹੀਂ ਖਾਣਾ। ਜੇ ਕਿਸੇ ਨੇ ਖਾਧਾ, ਕਿਸੇ ਦਾ ਹੱਕ ਖੋਹ ਕੇ ਜੇ ਧਨ ਇਕੱਠਾ ਕੀਤਾ, ਤੇ ਸਤਿਗੁਰਾਂ ਕਿਹਾ ਪਹਿਲਾਂ ਇਹਨੂੰ ਵੰਡਣਾ ਕਰ, ਗਰੀਬਾਂ ਨੂੰ ਵੰਡ, ਲੋੜਵੰਦਾਂ ਨੂੰ ਵੰਡ, ਘਰੋਂ ਆਪਣੇ ਇਹਨੂੰ ਕੱਢ, ਤੇ ਧਰਮ ਦੀ ਕਿਰਤ ਕਰੇਗਾ ਤਾਂ ਤੇਰੇ ਘਰ ਸਿੱਖੀ ਦਾ ਪਹਿਰਾ ਚੱਲੇਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਾਡੇ 'ਤੇ ਮਹਾਰਾਜ ਕਿਰਪਾ ਕਰ, ਜੇ ਅਸੀਂ ਵਿਛੜ ਚੁੱਕੇ ਹਾਂ ਮਾੜੇ ਕਰਮਾਂ ਕਰਕੇ, ਆਪਣੇ ਨਾਲ ਮਿਲਣਾ ਕਰੋ।
ਮਹਾਰਾਜ ਅਸੀਂ ਅੱਜ ਦੇ ਨਹੀਂ, ਪਤਾ ਨਹੀਂ ਕਦੋਂ ਦੇ ਅਸੀਂ ਭਟਕਦੇ ਫਿਰਦੇ ਹਾਂ। 4 ਕੁੰਟ 10 ਦਿਸ਼ਾ, ਭਾਵ ਜਿਹੜੀਆਂ 4 ਕੁੰਟਾਂ ਹਨ, ਜਿਵੇਂ ਉੱਤਰ ਦੱਖਣ ਪੂਰਬ ਪੱਛਮ, 4 ਕੁੰਟਾਂ ਤੇ 4 ਬਾਹੀਆਂ, ਉਹ ਜਿਵੇਂ ਨੈਰਤ ਕੌਣ, ਈਸ਼ਾਨ ਕੌਣ, ਵਾਇਵ ਕੌਣ, ਇਸ ਪ੍ਰਕਾਰ ਇਹ 4 ਜਿਹੜੀਆਂ ਨੁਕਰਾਂ ਹਨ ਤੇ 4 ਬਾਹੀਆਂ 8 ਬਣ ਗਈਆਂ। ਧਰਤੀ ਤੇ ਆਕਾਸ਼ 2 ਪਾ ਕੇ 10 ਬਣ ਗਏ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਇਹਨਾਂ ਸਾਰਿਆਂ ਦੇ ਵਿੱਚ, ਸਾਰੀਆਂ ਥਾਵਾਂ ਤੇ ਅਸੀਂ ਭਟਕਦੇ ਭਟਕਦੇ ਮਹਾਰਾਜ ਫਿਰਦੇ ਰਹੇ, ਕਿਤੇ ਸ਼ਾਂਤੀ ਨਹੀਂ ਆਈ। ਤੇ ਇਸ ਕਰਕੇ ਹੁਣ ਆਪ ਜੀ ਦੇ ਚਰਨਾਂ ਵਿੱਚ, ਆਪ ਦੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰ। ਸਤਿਗੁਰਾਂ ਕਿਹਾ ਹੈ ਜੀਵ ਤੈਨੂੰ ਇਹ ਮਾਨਸ ਦੇ ਦਿੱਤੀ ਹੈ ਤੇ ਤੂੰ ਕਹਿੰਦਾ ਮੈਨੂੰ ਅਜੇ ਚੈਨ ਨਹੀਂ ਆਉਂਦਾ। ਤੇ ਸਤਿਗੁਰਾਂ ਕਿਹਾ ਮਹਾਰਾਜ ਐਵੇਂ ਸਾਡੀ ਹਾਲਤ ਹੈ ਜਿਵੇਂ ਗਊ ਜਿਹੜੀ ਦੁੱਧ ਨਾ ਦਵੇ ਤੇ ਉਹਨੂੰ ਚੰਗਾ ਨਹੀਂ ਮੰਨਿਆ ਜਾਂਦਾ, ਉਹਦੀ ਸੇਵਾ ਨਹੀਂ ਪੂਰੀ ਹੁੰਦੀ, ਉਹ ਕਿਸੇ ਕੰਮ ਨਹੀਂ ਆਉਂਦੀ। ਇਸੇ ਤਰ੍ਹਾਂ ਸਾਡੇ ਵਿੱਚ ਜੇ ਇਹ ਮਾਨਸ ਦੇ ਤੋਂ ਸਾਨੂੰ ਦਿੱਤੀ ਹੈ ਤੇ ਚੰਗੇ ਗੁਣ ਨਹੀਂ, ਤੇ ਇਹ ਮਨੁੱਖ ਜਿਹੜਾ ਚੰਗਾ ਨਹੀਂ ਮੰਨਿਆ ਜਾਂਦਾ। ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ ਜਿਹਦੇ 'ਤੇ ਉਹਦੀ ਕਰੋਪੀ ਹੋਵੇ ਤੇ ਉਹਦੇ ਗੁਣ ਖੋਹ ਲੈਂਦਾ ਹੈ ਤੇ ਉਹਦੇ ਵਿੱਚ ਔਗਣ ਆ ਜਾਂਦੇ ਹਨ। ਜਿਹਨੂੰ ਬਖਸ਼ਣਾ ਹੋਵੇ ਉਹਦੇ ਵਿੱਚ ਚੰਗੇ ਗੁਣ ਤੇ ਨਿਮਰਤਾ ਆ ਜਾਂਦੀ ਹੈ। ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲਏ ਚੰਗਿਆਈ, ਉਹਦੇ ਜਿਹੜੇ ਚੰਗੇ ਗੁਣ ਖੁੱਸ ਜਾਂਦੇ ਹਨ, ਭਾਵ ਗਵਾਚ ਜਾਂਦੇ ਹਨ, ਨਿਕਲ ਜਾਂਦੇ ਹਨ ਅੰਦਰੋਂ, ਤੇ ਔਗਣ ਆ ਜਾਂਦੇ ਹਨ। ਤੇ ਜਿਹਨੂੰ ਬਖਸ਼ਣਾ ਹੋਵੇ ਉਹਦੇ ਵਿੱਚ ਸ਼ੁਭ ਗੁਣ ਆ ਕੇ ਵਾਸਾ ਕਰ ਜਾਂਦੇ ਹਨ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ ਉਹਦੇ ਵਿੱਚ ਆ ਜਾਂਦੇ ਹਨ। ਇਸ ਕਰਕੇ ਮਹਾਰਾਜ ਕਿਰਪਾ ਕਰ। ਫਿਰ ਸਾਡੀ ਐਸੀ ਹਾਲਤ ਬਣ ਚੁੱਕੀ ਹੈ ਜਿਵੇਂ ਜਿਹੜੀ ਖੇਤੀ ਹੈ, ਇਹਨੂੰ ਪਾਣੀ ਨਾ ਦਿੱਤਾ ਜਾਵੇ ਤੇ ਫਸਲ ਪੂਰੀ ਉਹ ਝਾੜ ਨਹੀਂ ਦਿੰਦੀ ਤੇ ਉਹਦੇ ਮਾਇਆ ਨਹੀਂ ਵੱਟੀ ਜਾਂਦੀ। ਇਸ ਕਰਕੇ ਉਹ ਕੀਤੀ ਹੋਈ ਖੇਚਲ ਐਵੇਂ ਚਲੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਸ਼ੁਭ ਗੁਣਾਂ ਦਾ ਜਲ ਹੈ, ਉਹ ਜਿੰਨਾ ਚਿਰ ਸਾਡੇ ਅੰਦਰ ਸ਼ੁਭ ਗੁਣ ਨਹੀਂ ਆਉਂਦੇ ਤੇ ਸਾਡੇ ਅੰਦਰ ਜਿਹੜੀ ਹੈ ਸਾਡੀ ਬਿਰਤੀ ਜਿਹੜੀ ਹੈ ਉਹ ਹਰੀ ਭਰੀ ਨਹੀਂ ਹੁੰਦੀ, ਔਗਣਾ ਕਰਕੇ ਉਹ ਸੁੱਕ ਜਾਂਦੀ ਹੈ। ਨਾਹਨ ਨਾਮ ਹੈ ਪਰਮੇਸ਼ਰ ਦਾ, ਕਈ ਥਾਈਂ ਨਾਹ ਲਿਖਿਆ ਹੈ, ਨੰਨੇ ਕੰਨਾ ਤੇ ਆਹਾ, ਉਹਨੂੰ ਨਾਹ ਨਹੀਂ ਬੋਲਣਾ, ਉਹਨੂੰ ਨਾਹ ਬੋਲਣ ਦਾ ਭਾਵ ਦੱਸਿਆ ਹੈ। ਨਾਹ ਦਾ ਭਾਵ ਇੱਕ ਭਾਸ਼ਾ ਵਿੱਚ ਪਰਮੇਸ਼ਰ ਨੂੰ, ਪਤੀ ਨੂੰ ਕਿਹਾ ਗਿਆ ਹੈ। ਇੱਥੇ ਕਿਹਾ ਹਰ ਨਾਹਨ ਮਿਲੀਏ ਸਾਜਨਾ, ਭਾਵ ਕਿ ਉਹਨੂੰ ਜੇ ਨਾ ਮਿਲਿਆ ਜਾਵੇ, ਉਹਦੇ ਨਾਲ ਮਿਲਾਪ ਨਾ ਹੋਵੇ ਤੇ ਕਿਤੇ ਵੀ ਟਿਕਾ ਨਹੀਂ ਜੀਵ ਨੂੰ ਆਉਂਦਾ। ਜਿੰਨਾ ਚਿਰ ਉਹਦੇ ਨਾਲ ਮਿਲਾਪ ਨਾ ਹੋਵੇਗਾ ਉਹਨਾਂ ਚਿਰ ਮਨ ਨੂੰ ਟਿਕਾਣਾ ਨਹੀਂ ਮਿਲਦਾ। ਅਸਲ ਇਹ ਅਸੀਂ ਭਟਕਦੇ ਰਹਿੰਦੇ ਹਾਂ। ਇਸੇ ਕਾਰਨ ਪਤਾ ਨਹੀਂ ਕਿੰਨਾ ਕਿੰਨਾ ਸਮਾਂ ਲੰਘ ਜਾਂਦਾ ਹੈ ਵਿਛੜਿਆਂ, ਜਿੰਨਾ ਚਿਰ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਉਹਦੀ ਆਗਿਆ ਨੂੰ ਨਾ ਮੰਨਿਆ ਜਾਵੇ। ਕਹਿੰਦੇ ਜਿਸ ਘਰ ਦੇ ਵਿੱਚ ਪਰਮੇਸ਼ਰ ਆਪ ਪ੍ਰਗਟ ਜ਼ਾਹਰ ਨਹੀਂ ਹੁੰਦਾ, ਤੇ ਉਹ ਜਿਹੜੇ ਗ੍ਰਾਮ ਤੇ ਨਗਰ ਦਾ ਭਾਵ ਇਹ ਹੁੰਦਾ ਕਿ ਜਿਹੜੇ ਵੱਡੇ ਸ਼ਹਿਰ ਹਨ ਉਹਨਾਂ ਨੂੰ ਨਗਰ ਕਿਹਾ ਜਾਂਦਾ ਹੈ, ਤੇ ਜਿਹੜੇ ਛੋਟੇ ਕਸਬੇ ਹਨ ਉਹਨਾਂ ਨੂੰ ਗ੍ਰਾਮ ਕਿਹਾ ਜਾਂਦਾ ਹੈ। ਕਹਿੰਦੇ ਭਾਵੇਂ ਵੱਡੇ ਹੋਣ ਭਾਵੇਂ ਛੋਟੇ ਹੋਣ, ਉਹ ਭੱਠੇ ਦੇ ਸਮਾਨ ਤਪਦੇ ਜਾਪਦੇ ਹਨ। ਇਸੇ ਤਰ੍ਹਾਂ ਭਾਵੇਂ ਸਰੀਰ ਕਿਸੇ ਦੇ ਭਾਵੇਂ ਕਮਜ਼ੋਰ ਹਨ, ਭਾਵੇਂ ਬਹੁਤ ਕੋਈ ਬਲਵਾਨ ਹੈ, ਵੱਡੀ ਉਹਦੀ ਸਿਹਤ ਹੈ, ਤੰਦਰੁਸਤ ਹੈ, ਵੱਡਾ ਉਹਦੇ ਸਰੀਰ ਦਾ ਆਕਾਰ ਹੈ, ਪਰ ਜੇ ਉਹਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਤੇ ਉਹ ਤ੍ਰਿਸ਼ਨਾ ਵਿੱਚ, ਈਰਖਾ ਦੇ ਵਿੱਚ, ਔਗਣਾ ਵਿੱਚ ਉਹ ਸਦਾ ਹੀ ਉਹ ਸੜਦਾ ਰਹਿੰਦਾ ਹੈ। ਉਹਦੀ ਸ਼ਾਂਤੀ ਉਹਨੂੰ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਉਹਦੀ ਜਿਹੜੀ ਹੈ ਜ਼ਿੰਦਗੀ ਜਿਹੜੀ ਹੈ ਖੁਆਰ ਹੋ ਜਾਂਦੀ ਹੈ। ਤੇ ਭਾਵੇਂ ਜਿਹੜੀ ਇਸਤਰੀ ਕਿੰਨੇ ਸ਼ਿੰਗਾਰ ਕਰਦੀ ਹੈ ਤੇ ਜਿੰਨਾ ਚਿਰ ਉਹਦੇ ਮਾਲਕ ਨੂੰ ਮਨਜ਼ੂਰ ਨਹੀਂ, ਉਹਦੀ ਆਗਿਆ ਨਹੀਂ ਮੰਨਦੀ, ਤੇ ਸਾਰੇ ਸ਼ਿੰਗਾਰ ਕੀਤੇ ਉਹਦੇ ਵਿਅਰਥ ਚਲੇ ਜਾਂਦੇ ਹਨ। ਕਿਉਂਕਿ ਸਤਿਗੁਰਾਂ ਨੇ ਗੁਰਬਾਣੀ ਵਿੱਚ ਦੱਸਿਆ, ਕਈ ਵਾਰ ਆਪ ਜੀ ਨੇ ਅੱਗੇ ਵੀ ਸਰਵਣ ਕੀਤਾ ਹੈ, ਗੁਰਬਾਣੀ ਦਾ ਫਰਮਾਨ ਹੈ ਕਿ ਵਿਧਵਾ ਇਸਤਰੀ ਤੇ ਕੁਆਰੀ ਲੜਕੀ ਸ਼ਿੰਗਾਰ ਕਰਕੇ ਕਿਸ ਨੂੰ ਵਿਖਾਵੇਗੀ ਜੇ ਉਹਦਾ ਪਤੀ ਨਹੀਂ। ਇਸ ਕਰਕੇ ਉਹਦਾ ਸ਼ਿੰਗਾਰ ਕੀਤਾ ਵਿਅਰਥ ਹੈ। ਇਹ ਜ਼ਰੂਰ ਹੈ ਕਿ ਆਪਣੇ ਦੇਹ ਦੀ ਸਫਾਈ ਰੱਖਣੀ,
ਪਰ ਭੜਕੀਲਾ ਕੋਈ ਵੀ ਜਿਹੜਾ ਹੈ ਫੈਸ਼ਨ ਕਰਨਾ ਜਾਂ ਕੋਈ ਸ਼ਿੰਗਾਰ ਕਰਨਾ ਉਹ ਕੁਆਰੀ ਲੜਕੀ ਤੇ ਵਿਧਵਾ ਵਾਸਤੇ ਜਿਹੜਾ ਸ਼ੋਭਦਾ ਨਹੀਂ ਹੈ। ਇਸ ਕਰਕੇ ਜੇ ਉਹਦੇ ਕੋਲ ਪਤੀ ਪਰਮੇਸ਼ਰ ਨਹੀਂ ਤੇ ਉਹਦਾ ਸ਼ਿੰਗਾਰ ਕੀਤਾ ਆ ਜਿਹੜਾ ਉਹਨੂੰ ਵੇਖ ਵੇਖ ਕੇ ਉਹ ਹੋਰ ਦੁਖੀ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਮਤ ਸੇਜੇ ਕੰਤ ਨਾ ਆਵੀ ਐਵੇਂ ਬਿਰਥਾ ਜਾਏ। ਕਹਿੰਦੇ ਜੇ ਤੂੰ ਸ਼ਿੰਗਾਰ ਕਰਨਾ ਹੈ ਤੇ ਸ਼ੁਭ ਗੁਣਾ ਦਾ ਸ਼ਿੰਗਾਰ ਕਰ। ਭੈਗੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ। ਕਹਿੰਦੇ ਜਿਹੜਾ ਆਪਣੇ ਅੱਖਾਂ ਦੇ ਵਿੱਚ ਤੋਂ ਕਜਲ ਪਾਉਣਾ ਹੈ ਇਹ ਉਹ ਪਰਮੇਸ਼ਰ ਦਾ ਪਤੀ ਦਾ ਡਰ ਰੱਖਣਾ ਕਰ ਤੇ ਭਾਵ ਤੋਂ ਭਾਵ ਪ੍ਰੇਮ ਰੱਖਣਾ ਕਰ। ਇਹ ਜਿਹੜੀਆਂ ਸਲਾਈਆਂ ਬਣਾ ਤੇ ਫਿਰ ਤੇਰਾ ਸ਼ਿੰਗਾਰ ਕੀਤਾ ਭਾਉ ਤੇ ਭਾਵ ਉਹਦਾ ਡਰ ਵੀ ਹੋਵੇ ਤੇ ਉਹਦੇ ਪ੍ਰੇਮ ਵੀ ਹੋਵੇ, ਮਨ ਦੇ ਵਿੱਚ ਸ਼ਰਧਾ ਵੀ ਹੋਵੇ ਉਹਦੀ ਆਗਿਆ ਵਿੱਚ ਚੱਲਣ ਦੀ, ਤੇ ਉਹਦਾ ਕੀਤਾ ਹੋਇਆ ਹਰ ਕਾਰਜ ਸਫਲ ਹੋਵੇਗਾ। ਨਹੀਂ ਤੇ ਉਹ ਐਵੇਂ ਚਲਿਆ ਜਾਂਦਾ ਹੈ ਜੋ ਕੁਝ ਕੀਤਾ ਹੋਇਆ ਵਿਅਰਥ ਹੈ। ਨਹੀਂ ਤੇ ਔਗਣਾਂ ਦੇ ਵਿੱਚ ਵਿਕਾਰਾਂ ਵਿੱਚ ਉਹ ਇਸਤਰੀ ਪੈ ਜਾਵੇਗੀ ਜਾਂ ਲੋਕਾਂ ਦਾ ਮਿਹਣਾ ਬਣ ਜਾਵੇਗਾ। ਇਸ ਕਰਕੇ ਜੋ ਪਤੀ ਦੀ ਆਗਿਆ ਵਿੱਚ ਕਰਨਾ ਹੈ ਉਹਦੀ ਆਗਿਆ ਵਿੱਚ ਉਹਦੀ ਸੇਵਾ ਪ੍ਰਾਪਤ ਹੋ ਜਾਣੀ, ਉਹਦਾ ਜੋ ਕੁਝ ਕੀਤਾ ਉਹਦਾ ਸਫਲ ਹੈ। ਜਿਹੜੇ ਮਾਲਕ ਤੂੰ ਵਿਹੂਣੇ ਹਨ, ਜਿਨ੍ਹਾਂ ਨੂੰ ਮਾਲਕ ਮਿਲਿਆ ਨਹੀਂ, ਜਿਨ੍ਹਾਂ ਦਾ ਮਿਲਾਪ ਨਹੀਂ ਹੋਇਆ, ਕਹਿੰਦੇ ਉਹਨਾਂ ਦੇ ਜਿਹੜੇ ਮਿੱਤਰ ਹਨ ਉਹ ਵੀ ਦੁਸ਼ਮਣ ਬਣ ਜਾਂਦੇ ਹਨ। ਇੱਥੋਂ ਤੱਕ ਦੇਵੀ ਦੇਵਤਿਆਂ ਨੂੰ ਮੰਨਣ ਵਾਲਾ ਜਿਹੜਾ ਹੈ ਜੇ ਉਹਦੇ 'ਤੇ ਪੂਰੇ ਮਾਲਕ ਦੀ ਕਿਰਪਾ ਨਹੀਂ ਤੇ ਉਹ ਵੀ ਉਹਦੇ ਵਿਰੁੱਧ ਹੋ ਜਾਂਦੇ ਹਨ, ਉਹਦਾ ਨੁਕਸਾਨ ਕਰ ਜਾਂਦੇ ਹਨ। ਜਿਵੇਂ ਕਈ ਲੋਕ ਜਿਵੇਂ ਸ਼ਿਵ ਜੀ ਨੂੰ ਮੰਨਦੇ ਹਨ ਕਿ ਭੋਲਾ ਇਹ ਜਿਹੜਾ ਦੇਵ ਹੈ ਦੇਵਤਾ ਹੈ, ਤੇ ਜੇ ਉਹ ਖੁਸ਼ ਹੋ ਜਾਵੇ ਤੇ ਕਈ ਤਰ੍ਹਾਂ ਦੇ ਲੋਕੀ ਉਹਨੂੰ ਤਾਂ ਮੰਨਦੇ ਕਿ ਛੇਤੀ ਵਰ ਦੇ ਦੇਵੇਗਾ, ਤੇ ਜੇ ਉਹ ਤਾਮਸੀ ਵਿੱਚ ਆ ਜਾਵੇ ਤੇ ਸ਼ਰਾਪ ਵੀ ਦੇ ਦਿੰਦਾ ਹੈ। ਇਸੇ ਤਰ੍ਹਾਂ ਜੇ ਕੋਈ ਦੇਵੀ ਨੂੰ ਮੰਨਣ ਵਾਲਾ ਹੈ ਤੇ ਦੇਵੀ ਜਿਹੜੀ ਦੁਨੀਆ ਦੀਆਂ ਦਾਤਾਂ ਦੇ ਦੇਵੇਗੀ ਉਹ ਅੱਗੋਂ ਮੰਗ ਕੇ ਲਿਆ ਕੇ ਆਪ ਵੰਡਦੀ ਹੈ, ਆਪ ਉਹ ਦਾਤਾ ਨਹੀਂ। ਦਾਤਾ ਇੱਕ ਹੀ ਹੈ ਜਿਹੜਾ ਸਭਨਾਂ ਨੂੰ ਵੰਡਣ ਵਾਲਾ ਹੈ। ਤੇ ਇਸੇ ਕਰਕੇ ਜਦੋਂ ਭਗਤ ਪੀਪੇ ਨੂੰ ਵੀ ਇਸੇ ਗੱਲੋਂ ਗਿਆਨ ਹੋਇਆ ਸੀ, ਜਦੋਂ ਉਹਨੇ ਕਿਹਾ ਮੈਨੂੰ ਮੁਕਤੀ ਹੋਣੀ ਚਾਹੀਦੀ ਹੈ, ਦੇਵੀ ਨੂੰ ਮੰਨਦਾ ਸੀ, ਤੇ ਅੱਗੋਂ ਦੇਵੀ ਨੇ ਆਵਾਜ਼ ਦਿੱਤੀ ਕਿ ਮੈਂ ਵਰਾਂ ਦੀ ਦਾਤੀ ਹਾਂ, ਮੁਕਤੀ ਨਹੀਂ ਦੇ ਸਕਦੀ। ਭਗਤ ਨਾਮਦੇਵ ਜੀ ਨੇ ਹਵਾਲਾ ਦਿੱਤਾ ਤੂੰ ਕਹੀਤ ਹੀ ਆਦ ਭੁਆਨੀ ਮੁਕਤ ਕੀ ਬਰੀਆ ਕਹਾਂ ਛਪਾਨੇ। ਇਸ ਕਰਕੇ ਜੇ ਤੂੰ ਆਦ ਦੇ ਭੁਆਨੀ ਮੰਨਦੀ ਹੈ ਕਿ ਮੁੱਢ ਤੋਂ ਮੇਰਾ ਚੱਲਦਾ ਹੈ ਪਹਿਰਾ, ਮੇਰੀ ਹੋਂਦ ਹੈ, ਤੇ ਜਦੋਂ ਮੁਕਤੀ ਦਾ ਸਮਾਂ ਆਉਂਦਾ ਉਦੋਂ ਕਿਉਂ ਮੁੱਕਰ ਜਾਂਦੀ ਹੈ। ਇਸ ਕਰਕੇ ਸਾਨੂੰ ਉਹ ਮਾਲਕ ਚਾਹੀਦਾ ਹੈ ਜਿਹੜਾ ਇੱਥੇ ਤੇ ਉੱਥੇ ਸਾਡੀ ਫਰਿਆਦ ਸੁਣੇ, ਸਾਡਾ ਸਾਥ ਨਿਭਾ ਸਕੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਮਾਲਕ ਤੋਂ ਵਿਛੜੇ ਹਾਂ ਤੇ ਜਿਹੜੇ ਸੱਜਣ ਹਨ ਉਹ ਵੀ ਪਤਾ ਨਹੀਂ ਕਦੋਂ ਦੁਸ਼ਮਣ ਬਣ ਜਾਣ, ਕਦੋਂ ਪਿੱਛੇ ਹਟ ਜਾਣ। ਜੇ ਮਾਲਕ ਵੱਲ ਹੈ ਤੇ ਜਿਹੜੇ ਦੁਸ਼ਮਣ ਹਨ ਉਹ ਵੀ ਮਿੱਤਰ ਬਣ ਜਾਂਦੇ ਹਨ, ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਫਿਰ ਪਰਮੇਸ਼ਰ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ। ਸਤਿਗੁਰੂ ਜੀ ਕਹਿੰਦੇ ਮਹਾਰਾਜ ਮਾਲਕ ਜੀ ਤੇਰੇ ਸੇਵਕ ਦੀ ਤੇਰੇ ਅੱਗੇ ਬੇਨਤੀ ਹੈ ਤੇਰੀ ਕਿਰਪਾ ਨਾਲ ਕਿ ਆਪਣੀ ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਆਪਣਾ ਜਿਹੜਾ ਪਵਿੱਤਰ ਸੀਤਲ ਤੇ ਸਭ ਤੋਂ ਨਿਆਰਾ ਤੇ ਸਭ ਤੋਂ ਵੱਡੀ ਦਾਤ ਹੈ ਨਾਮਦਾਨ ਬਖਸ਼ਣਾ ਕਰ। ਦਾਨਾ ਦੇ ਸਿਰਦਾਨ ਨਾਮਦਾਨ ਹੈ। ਜਿੰਨਾ ਚਿਰ ਨਾਮ ਨਹੀਂ ਮਿਲਦਾ ਉਹ ਪਰਮੇਸ਼ਰ ਦਾ ਨਾਮ ਸਾਡੇ ਕੋਲ ਨਹੀਂ, ਬਾਕੀ ਸਾਰੇ ਕਾਰਜ ਅਧੂਰੇ ਹਨ। ਕਾਰਜ ਪੂਰੇ ਹੋਣੇ ਹਨ ਤੇ ਇੱਕ ਨਾਮ ਦੇ ਆਸਰੇ ਹੋਣੇ ਹਨ। ਨਾਮ ਦੇ ਵੱਡਾ ਹੋਰ ਕੋਈ ਇਹ ਸਮੇਂ ਵਿੱਚ ਸਾਧਨ ਨਹੀਂ ਹੈ। ਸਤਿਗੁਰਾਂ ਨੇ ਕਥਨ ਕਰ ਦਿੱਤਾ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਇਹੀ ਹੈ ਕਿ ਪਰਮੇਸ਼ਰ ਦੇ ਗੁਣ ਗਾਉਣੇ, ਉਹਦਾ ਜਸ ਕਰਨਾ, ਤਾਂ ਬਾਕੀ ਕਾਰਜ ਰਾਸ ਹੋਣਗੇ। ਮਹਾਰਾਜ ਇਸ ਕਰਕੇ ਸਾਨੂੰ ਸੁਆਮੀ ਮਾਲਕ ਜਿਹੜਾ ਹੈ ਉਹਦਾ ਮਿਲਾਪ ਹੋਣਾ ਚਾਹੀਦਾ ਹੈ। ਜਿਹਦਾ ਘਰ ਜਿਹੜਾ ਨਿਹਚਲ ਹੈ, ਜਿਹਦਾ ਘਰ ਕਦੇ ਛੱਡਣਾ ਨਹੀਂ ਪੈਂਦਾ, ਜਿਸ ਘਰ ਨੂੰ ਕਦੇ ਬਦਲਣਾ ਨਹੀਂ ਪੈਂਦਾ, ਉਸ ਘਰ 'ਚੋਂ ਕੋਈ ਕੱਢ ਨਹੀਂ ਸਕਦਾ, ਉਹ ਘਰ ਕਦੇ ਪੁਰਾਣਾ ਨਹੀਂ ਹੁੰਦਾ। ਉਹ ਐਸਾ ਨਿੱਜ ਘਰ ਹੈ, ਉਹ ਘਰ ਦੇ ਵਾਸਤੇ ਅਸੀਂ ਕਦੇ ਸੋਚਦੇ ਨਹੀਂ। ਸਤਿਗੁਰੂ ਜੀ ਕਹਿੰਦੇ ਜੋ ਘਰ ਛੱਡ ਗਵਾਵਣ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ
ਤਿਸ ਕੀ ਚਿੰਤਾ ਨਾਏ। ਕਹਿੰਦੇ ਜਿਹੜੇ ਘਰ ਨੂੰ ਤੂੰ ਛੱਡ ਜਾਣਾ ਪਤਾ ਨਹੀਂ ਕਦੋਂ, ਜਿਹਦੇ ਵਾਸਤੇ ਬੜਾ ਯਤਨ ਕਰਦਾ ਬਣਾਉਣ ਵਾਸਤੇ, ਤੇ ਉਹਦਾ ਤੈਨੂੰ ਬੜਾ ਫਿਕਰ ਹੈ, ਪ੍ਰੇਮ ਇਹਦੇ ਨਾਲ, ਪਰ ਜਿੱਥੇ ਜਾ ਕੇ ਤੈਨੂੰ ਰਹਿਣਾ ਪੈਣਾ ਹੈ ਉਹਦੇ ਵਾਸਤੇ ਕਦੇ ਸੋਚਿਆ ਨਹੀਂ। ਕਿਸੇ ਨੇ ਬਾਹਰ ਯਾਤਰਾ ਜਾਣਾ ਹੋਵੇ ਤੇ ਕਿੰਨਾ ਕੁਝ ਆਪਣਾ ਸਮਾਨ ਇਕੱਠਾ ਕਰਦਾ ਹੈ, ਰਾਹ ਦੇ ਵਾਸਤੇ ਪਹਿਲਾਂ ਪ੍ਰਬੰਧ ਸੋਚਦਾ ਹੈ, ਅਜੇ ਥੋੜ੍ਹੇ ਸਮੇਂ ਵਾਸਤੇ ਜਾਣਾ ਹੁੰਦਾ, ਤੇ ਜਿੱਥੋਂ ਜਾ ਕੇ ਕਦੇ ਕੋਈ ਮੁੜਿਆ ਨਹੀਂ ਉਹਦੇ ਵਾਸਤੇ ਕਦੇ ਪ੍ਰਬੰਧ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ, ਮਹਾਰਾਜ ਕਿਰਪਾ ਕਰ ਜਿਹਦੇ ਨਾਲ ਸਾਨੂੰ ਅਸਲ ਟਿਕਾਅ ਵਾਲਾ ਜਿਹੜਾ ਸਥਾਨ ਪ੍ਰਾਪਤ ਹੋ ਜਾਵੇ ਤੇ ਸਾਡਾ ਮਾਲਕ ਨਾਲ ਮਿਲਾਪ ਹੋਏ, ਉਹ ਰਹਿਮਤ ਕਰ। ਚੇਤ ਗੋਇੰਦ ਆਰਾਧਿਆ ਹੋਏ ਆਨੰਦ ਕਣਾ। ਹੁਣ ਇਹ ਸਾਲ ਦਾ ਜਿਹੜਾ ਆਰੰਭ ਦਾ ਮਹੀਨਾ ਹੈ, ਪਹਿਲਾ ਆਰੰਭ ਵਾਲਾ, ਇਹਦਾ ਨਾਂ ਚੇਤ ਦੱਸਿਆ ਹੈ। ਚੇਤ ਤੋਂ ਭਾਵ ਕਿ ਚੇਤਾ ਕਰਨਾ ਸਭ ਤੋਂ ਪਹਿਲਾਂ ਉਹਦਾ ਪਰਮੇਸ਼ਰ ਦਾ। ਹੁਣ ਸਤਿਗੁਰੂ ਜੀ ਕਹਿੰਦੇ ਭਾਈ ਚੇਤਾ ਤੇ ਹਰ ਕੋਈ ਕਰਦਾ, ਕੋਈ ਕਿਸੇ ਦਾ ਚੇਤਾ ਕਰ ਰਿਹਾ, ਕੋਈ ਕਿਸੇ ਦਾ। ਕਹਿੰਦੇ ਪਪੀਹਾ ਜਿਹੜਾ ਹੈ, ਪਪੀਹਾ ਜਿਹਨੂੰ ਕਿਹਾ ਜਾਂਦਾ, ਉਹ ਬੱਦਲ ਦਾ ਚੇਤਾ ਕਰਦਾ ਹੈ। ਤੇ ਇਸੇ ਤਰ੍ਹਾਂ ਜਿਹੜਾ ਪਤੰਗਾ ਹੈ ਉਹ ਦੀਵੇ ਦੀ ਲਾੜ ਦੀ ਚਾਨਣ ਦੀ ਚਿੰਤਾ ਕਰਦਾ ਹੈ, ਉਹਦਾ ਚੇਤਾ ਕਰਦਾ ਹੈ। ਮੱਛੀ ਜਿਹੜੀ ਹੈ ਉਹ ਪਾਣੀ ਦੀ ਚਿੰਤਾ ਕਰਦੀ ਹੈ, ਉਹਦਾ ਉਹਨੂੰ ਚੇਤਾ ਖਿਆਲ ਆਉਂਦਾ ਹੈ। ਪਰ ਇਹ ਪਾਣੀ ਨੇ ਨਹੀਂ ਕਦੀ ਸੋਚਿਆ ਮੱਛੀ ਮੈਨੂੰ ਯਾਦ ਕਰਦੀ ਹੈ, ਕਦੇ ਬੱਦਲਾਂ ਨੇ ਨਹੀਂ ਸੋਚਿਆ ਪਪੀਹਾ ਸਾਨੂੰ ਯਾਦ ਕਰਦਾ ਹੈ। ਇਸੇ ਤਰ੍ਹਾਂ ਪਤੰਗੇ ਵਾਸਤੇ ਕਦੀ ਦੀਵੇ ਨੇ ਨਹੀਂ ਸੋਚਿਆ ਉਹ ਮੇਰੇ ਨਾਲ ਪ੍ਰੇਮ ਕਰਦਾ, ਉਹਨੂੰ ਸਗੋਂ ਸਾੜ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਜਿੰਨੇ ਵੀ ਚੇਤੇ ਹਨ ਇਹ ਸਾਰੇ ਖੁਆਰੀ ਕਰਨ ਵਾਲੇ ਹਨ, ਇਹਨਾਂ ਤੋਂ ਨਿਰਾਸ਼ਤਾ ਪੈਦਾ ਹੁੰਦੀ ਹੈ। ਤੇ ਜਿਨ੍ਹਾਂ ਉਹਦਾ ਚੇਤਾ ਕਰ ਲਿਆ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਗੋਬਿੰਦ, ਗੋ ਨਾਮ ਪ੍ਰਿਥਵੀ ਦਾ ਹੈ, ਤੇ ਬਿੰਦ ਭਾਵ ਜਿਹੜਾ ਇਹਦਾ ਮਾਲਕ ਹੈ ਸਾਰਾ ਹਰ ਥਾਂ ਦਾ, ਜਿਹਦਾ ਕਰਤਾ ਪੁਰਖ ਆਪ ਹੈ, ਤੇ ਜਿਹਦੀ ਜਾਣਕਾਰੀ ਵੇਦਾਂ ਗ੍ਰੰਥਾਂ ਵਿੱਚੋਂ ਮਿਲਦੀ ਹੈ। ਗਰੀਬ ਦਾ, ਹਰਕ ਦਾ, ਰਾਜੇ ਦਾ ਉਹ ਮਾਲਕ ਆਪ ਹੈ। ਕਹਿੰਦੇ ਇਸ ਮਹੀਨੇ ਵਿੱਚ ਉਹਨੂੰ ਯਾਦ ਕਰੀਏ ਤੇ ਘਣਾ ਬਹੁਤ ਵੱਡਾ ਆਨੰਦ ਪ੍ਰਾਪਤ ਹੁੰਦਾ, ਜਿਹੜਾ ਕਦੇ ਮੁੜ ਕੇ ਜੀਵ ਨੂੰ ਉਦਾਸ ਨਹੀਂ ਹੋਣਾ ਪੈਂਦਾ। ਸੰਤ ਜਨਾ ਮਿਲ ਪਾਇਆ ਰਸਨਾ ਨਾਮ ਕਣਾ। ਤੇ ਸਤਿਗੁਰੂ ਜੀ ਕਹਿੰਦੇ ਫਿਰ ਜਿਹੜਾ ਨਾਮ ਜਪਣਾ ਵੀ ਆ, ਇਕੱਲਾ ਜੀਵ ਨਾਮ ਜਪੇ ਤੇ ਕਈ ਵਾਰ ਜਿੰਨਾ ਚਿਰ ਸਾਡੀ ਅਵਸਥਾ ਬਣਦੀ ਨਹੀਂ, ਸਾਡੇ ਮਨ ਤੇ ਹੋਰ ਕਈ ਤਰ੍ਹਾਂ ਦੇ ਫੁਰਨੇ ਆ ਕੇ ਮਨ ਤੇ ਭੈੜਾ ਅਸਰ ਵੀ ਆ ਜਾਂਦਾ ਹੈ। ਇਸ ਕਰਕੇ ਜੇ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਆ ਜਾਈਏ, ਸੱਚੀ ਸੰਗਤ ਵਿੱਚ ਆ ਜਾਈਏ, ਉੱਥੇ ਹਮੇਸ਼ਾ ਜੀਵ ਡਰਦਾ, ਮਾੜੇ ਕਰਮ ਤੋਂ ਗਲਤੀ ਨਹੀਂ ਕਰਦਾ। ਇਸ ਕਰਕੇ ਸੰਗਤ ਦਾ ਗੁਣ ਬਹੁਤ ਵੱਡਾ ਹੈ, ਵੱਡਾ ਮਹਾਤਮ ਹੈ। ਜਿਨ੍ਹਾਂ ਸੰਗਤ ਵਿੱਚ ਆ ਕੇ, ਸੱਚੀ ਸੰਗਤ ਵਿੱਚ ਆ ਕੇ, ਸਾਧੂ ਸੰਤਾਂ ਦੀ ਸੰਗਤ ਵਿੱਚ ਆ ਕੇ ਨਾਮ ਜਪਿਆ ਹੈ, ਉਹਨਾਂ ਨੂੰ ਜੁਗਤੀਆਂ ਦਾ ਪਤਾ ਲੱਗ ਗਿਆ, ਮਰਜ਼ਾਦਾ ਦਾ ਪਤਾ ਲੱਗ ਗਿਆ ਕਿ ਅਸਲ ਗੁਰੂ ਦੀ ਮਰਜ਼ਾਦਾ ਕੀ ਹੈ, ਕਿਵੇਂ ਇਹ ਆਪਣਾ ਜੀਵਨ ਬਣਾਉਣਾ ਹੈ। ਉਹਦਾ ਜੋ ਕੁਝ ਕੀਤਾ ਫਿਰ ਸਫਲ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਹਨ, ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾ। ਜਦੋਂ ਵੀ ਨਾਮ ਜਪਣਾ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਜਿਹੜਾ ਪਰਮੇਸ਼ਰ ਦਾ ਅਸਲ ਸੰਤ ਹੈ, ਪਖੰਡੀ ਨਾ ਹੋਵੇ। ਸਤਿਗੁਰੂ ਜੀ ਕਹਿੰਦੇ ਇੱਕ ਨਹੀਂ ਕਰੋੜਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਇੰਨੀ ਕਿਰਪਾ ਹੋ ਜਾਂਦੀ ਹੈ। ਬਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਸੰਸਾਰ ਤੇ ਆਇਆ ਉਹ ਗਿਣਤੀ ਵਿੱਚ ਹੈ, ਉਹ ਲੇਖੇ ਵਿੱਚ ਹੈ, ਜਿਹਨੇ ਆਪਣੇ ਮਾਲਕ ਨੂੰ ਪ੍ਰਾਪਤ ਕਰ ਲਿਆ, ਜਿਹਦਾ ਉਹਦੇ ਨਾਲ ਮੇਲ ਹੋ ਗਿਆ, ਸਮਝੋ ਇਹ ਜੀਵਨ ਸਫਲ ਹੈ। ਮਹਾਂਪੁਰਖ ਸੁਰ ਸਿੰਘ ਵਾਲੇ ਬਾਬਾ ਦਇਆ ਸਿੰਘ ਸਾਹਿਬ ਜੀ, ਬਾਬਾ ਬਿਧੀ ਚੰਦ ਦੀ ਅੰਸ਼ ਕਈ ਵਾਰ ਬਚਨ ਕਰਦੇ ਸੀ। ਕਹਿੰਦੇ ਭਾਈ ਜਦੋਂ ਕੋਈ ਪ੍ਰੇਮੀ ਸਾਨੂੰ ਸੱਦਦਾ ਹੈ, ਕਈ ਵਾਰ ਹੁਕਮ ਕਰਦਾ ਹੈ, ਤੇ ਉੱਥੇ ਜਾਈਏ, ਘੱਟੋ ਘੱਟ ਜ਼ਿਆਦਾ ਨਹੀਂ ਤੇ ਇੱਕ ਵੀ ਸਿੱਖ ਬਣ ਜਾਵੇ ਤੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਗੁਰੂ ਨਾਨਕ ਦੀ ਸਿੱਖੀ ਵਿੱਚ ਵਾਧਾ ਹੋਇਆ ਹੈ। ਤੇ ਜੇ ਕੋਈ ਇੱਕ ਵੀ ਗੁਰੂ ਘਰ ਦੇ ਵਿੱਚ ਨਾ ਰਲੇ ਤੇ ਫਿਰ ਸਾਨੂੰ ਇਹ ਹੁੰਦਾ ਜਿਵੇਂ ਜ਼ਿਮੀਂਦਾਰ ਦੀ ਫਸਲ ਦਾ ਝਾੜ ਪੂਰਾ ਨਾ ਨਿਕਲੇ, ਉਹਦੇ ਮਨ ਵਿੱਚ ਚਿੰਤਾ ਹੁੰਦੀ ਹੈ ਕਿ ਮੇਰੀ ਖੇਚਲ ਐਵੇਂ ਗਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਲੇਖ ਵਿੱਚ ਉਹ ਹੈ ਜੇ ਗੁਰੂ ਨਾਲ ਜੁੜਿਆ ਜਾਵੇ, ਬਾਕੀ ਇਹ ਤਾਂ ਹੀ ਸਾਰੇ ਕੰਮ ਸਫਲ ਹੁੰਦੇ ਹਨ। ਜਿਵੇਂ ਜੀਰੋ ਕੱਲੀ ਦੀ ਕੋਈ ਵੀ ਕੀਮਤ ਨਹੀਂ, ਉਹ ਜੀਰੋ ਜਿਹੜੀ ਕਿਸੇ ਅੱਖਰ ਦੇ ਨਾਲ, ਹਿੰਦਸੇ ਦੇ ਨਾਲ ਲੱਗ ਜਾਵੇ ਅੰਕ ਦੇ, ਉਹਨੂੰ 10 ਗੁਣਾ ਵਧਾ ਦਿੰਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹ ਜੀਰੋ ਜਿੰਨੀ ਜਿੰਨੀ ਲਾਈ ਜਾਈਏ, ਇੱਕ ਇੱਕ ਜੀਰੋ 10-10 ਗੁਣਾ ਵਧਾ ਦਿੰਦੀ ਹੈ ਅੱਖਰ ਦੇ ਨਾਲ ਜੁੜਨ ਕਰਕੇ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਨਾਲ ਜੁੜ ਗਿਆ, ਉਹਦਾ ਪ੍ਰਭਾਵ, ਦਾ ਮਾਣ ਸਤਿਕਾਰ, ਉਹਦੇ ਭਾਗ ਵੱਡੇ ਹੋ ਜਾਂਦੇ ਹਨ। ਅਸੀਂ ਤਾਂ ਸਾਰੀ ਉਮਰ ਹੀ ਵਿਅਰਥਾ ਗਵਾ ਰਹੇ ਹਾਂ।
ਸਤਿਗੁਰੂ ਜੀ ਕਹਿੰਦੇ ਰੱਬ ਦੇ ਪਿਆਰੇ ਜਿਹੜੇ ਇੱਕ ਖਿਣ ਵੀ ਉਹਦੇ ਤੋਂ ਵਿਛੜ ਜਾਣ ਤੇ ਉਹ ਕਹਿੰਦੇ ਸਾਡਾ ਜਨਮ ਹੀ ਵਿਅਰਥ ਚੱਲਿਆ ਗਿਆ। ਇਸ ਕਰਕੇ ਖਿਣ ਦਾ ਸਮਾਂ ਅੱਗੇ ਵੀ ਆਪ ਜੀ ਦੇ ਨਾਲ ਕਈ ਵਾਰ ਗੁਰੂ ਦੀ ਕਿਰਪਾ ਨਾਲ ਬੇਨਤੀ ਸਾਂਝੀ ਕੀਤੀ ਗਈ ਹੈ। ਕਹਿੰਦੇ ਵਿਦਵਾਨ ਕਿ ਪਿੱਪਲ ਦੇ ਪੱਤੇ ਵਿੱਚ ਸੂਈ ਨਿਗਾਈਏ ਤੇ 3 ਖਿਣ ਸਮਾਂ ਲੰਘ ਜਾਂਦਾ ਹੈ। ਇਹਨਾਂ ਖਿਣ ਜਿਹੜਾ ਹੈ ਛੋਟੇ ਸਮੇਂ ਨੂੰ ਕਿਹਾ ਗਿਆ ਹੈ, ਥੋੜੇ ਚਿਰ ਨੂੰ। ਤੇ ਸਤਿਗੁਰੂ ਜੀ ਕਹਿੰਦੇ ਇੰਨਾ ਚਿਰ ਵੀ ਕਿਤੇ ਰੱਬ ਨੂੰ ਭੁੱਲ ਜਾਵੇ ਕੋਈ ਰੱਬ ਦਾ ਪਿਆਰਾ, ਉਹ ਕਹਿੰਦਾ ਮੇਰਾ ਜਨਮ ਵਿਅਰਥ ਚਲਿਆ ਗਿਆ, ਇਹ ਵੀ ਮੈਨੂੰ ਵਿਛੋੜਾ ਕਿਉਂ ਪਿਆ ਹੈ। ਜਿਨ ਪਾਇਆ ਪ੍ਰਭ ਆਪਣਾ ਆਏ ਕਿਸੇ ਗਣਾ। ਜਿਨ੍ਹਾਂ ਨੇ ਆਪਣੇ ਮਾਲਕ ਨੂੰ ਪ੍ਰਾਪਤ ਕਰ ਲਿਆ ਉਹ ਗਿਣਤੀ ਵਿੱਚ ਆ ਗਏ ਤੇ ਉਹਨਾਂ ਦੇ ਹਰ ਕਾਰਜ ਸਵਾਰੇ ਹਨ। ਜਿਵੇਂ ਕਿ ਭਾਈ ਮਰਦਾਨਾ ਜਿਹੜਾ ਸੀ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੇਵਾ ਵਿੱਚ ਹਾਜ਼ਰ ਰਿਹਾ ਤੇ ਕਿਤੇ ਆਪਣੀ ਮਰਜ਼ੀ ਨਾਲ ਉਹਨੇ ਜਾਣਾ ਕੀਤਾ, ਭਾਵੇਂ ਸਾਨੂੰ ਕੌਤਕ ਕਰਕੇ ਵਿਖਾਏ ਹਨ, ਮਿਸਾਲਾਂ ਕਾਇਮ ਕੀਤੀਆਂ। ਤੇ ਜੇ ਕੌਡੇ ਰਾਖਸ਼ ਦੇ ਕਾਬੂ ਆ ਗਿਆ ਤੇ ਉਹਦਾ ਮਾਲਕ ਨਾਲ ਸੀ, ਕਿਰਪਾ ਕਰਨ ਵਾਲਾ ਦੇ ਅੰਗ ਸੰਗ ਸੀ ਤੇ ਉਹਨੇ ਆ ਕੇ ਬਚਾ ਲਿਆ। ਇਸੇ ਤਰ੍ਹਾਂ ਭਾਈ ਆਪਣੇ ਸੇਵਕਾਂ ਦੀ ਉਹ ਰੱਖਿਆ ਕਰਦਾ ਹੈ। ਪੂਨੇ ਸਤਾਰੇ ਦੀ ਕੈਦ ਵਿੱਚੋਂ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆ ਕੇ ਆਪਣੇ ਜਿਹੜੇ ਧਿਆਉਂਦੇ ਸੀ ਪ੍ਰੇਮੀ ਉਹਨਾਂ ਨੂੰ ਯਾਦ ਕਰਦੇ ਸੀ ਰਾਤ ਦਿਨ, ਜਿਹੜੇ ਕਹਿੰਦੇ ਸੀ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਕੇ ਅਸਲ ਟਿਕਾਣੇ ਤੇ ਪਹੁੰਚਾ ਦਿੱਤਾ। ਇਹ ਗੁਰੂ ਦੀ ਮਾਲਕ ਦੀ ਕਿਰਪਾ ਹੈ, ਜਿਹੜਾ ਮਾਲਕ ਨਾਲ ਜੁੜਿਆ ਹੈ। ਜਲ ਤਲ ਮਈ ਪੂਰਿਆ ਰਵਿਆ ਵਿੱਚ ਬਣਾ। ਉਹ ਪਰਮੇਸ਼ਰ ਐਸਾ ਹੈ ਜਿਹੜਾ ਜਲ ਵਿੱਚ ਵੀ ਹੈ ਉਹਦਾ ਵਾਸਾ, ਤੇ ਥਲ ਕਹਿੰਦੇ ਖੁਸ਼ਕ ਧਰਤੀ ਦੇ ਵਿੱਚ ਵੀ ਹੈ, ਤੇ ਵਣ ਤ੍ਰਿਣ ਜਿਹੜੀ ਰੁੱਖ ਬਨਸਪਤੀ ਹੈ, ਫਸਲਾਂ ਹਨ, ਮਤਲਬ ਕੱਖ ਕਾਣ ਜਿਹੜਾ ਜੋ ਵੀ ਕਹਿ ਲਈਏ ਹਰ ਚੀਜ਼ ਦੇ ਵਿੱਚ ਜਰੇ ਜਰੇ ਦੇ ਵਿੱਚ ਉਹਦਾ ਵਾਸਾ ਹੋ ਰਿਹਾ ਹੈ। ਪਰਮੇਸ਼ਰ ਤੋਂ ਬਿਨਾਂ ਸ੍ਰਿਸ਼ਟੀ ਦਾ ਕੋਈ ਵੀ ਹਿੱਸਾ ਨਹੀਂ ਹੈ ਜਿੱਥੇ ਉਹ ਨਾ ਹੋਵੇ, ਕਿਉਂਕਿ ਸਰਬ ਵਿਆਪੀ ਤਾਂ ਕਿਆ ਹਰ ਥਾਂ ਉਹਦਾ ਵਾਸਾ ਹੈ, ਉਹਦੇ ਤੋਂ ਬਿਨਾਂ ਕੋਈ ਐਸੀ ਜਗ੍ਹਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਜੰਗਲਾਂ ਦੇ ਵਿੱਚ ਪਰਬਤਾਂ ਵਿੱਚ ਹਰ ਥਾਂ ਤੇ ਉਹਦਾ ਵਾਸਾ ਹੈ। ਤੇ ਜਿਹਨੇ ਹਰ ਥਾਂ ਤੇ ਰਹਿਣਾ ਹੈ, ਜਿਹਦੀ ਤਾਕਤ ਹੈ, ਤੇ ਉਹਦੇ ਨਾਲ ਵਿਛੜ ਜਾਈਏ ਤੇ ਗੱਲ ਸਹੀ ਨਹੀਂ। ਉਹ ਤਾਂ ਹੀ ਫਾਇਦਾ ਹੈ, ਭਲਾ ਹੈ, ਜਿਹਦੀ ਹਰ ਥਾਂ ਤੇ ਤਾਕਤ ਚੱਲਦੀ ਹੈ ਉਹਦੇ ਨਾਲ ਮਿਲਾਪ ਹੋ ਜਾਵੇ, ਪ੍ਰੇਮ ਹੋਵੇ ਤਾਂ ਵਾਧਾ ਹੁੰਦਾ ਹੈ। ਸੋ ਪ੍ਰਭ ਚਿਤ ਨ ਆਵੇ ਕਿਤੜਾ ਦੁਖ ਗੁਣਾ। ਮਹਾਰਾਜ ਜੀ ਕਹਿੰਦੇ ਕਿ ਜਿਹਨੂੰ ਮਾਲਕ ਜੇ ਚਿੱਤ ਨਾ ਆਵੇ ਸਾਨੂੰ, ਤੇ ਉਹ ਕਿੰਨਾ ਕੁ ਦੁੱਖ ਦਸੀਏ, ਦੱਸਿਆ ਨਹੀਂ ਜਾਂਦਾ। ਬੇਅੰਤ ਦੁੱਖ ਜਿਹੜੇ ਆ ਕੇ ਪੈ ਜਾਂਦੇ ਹਨ ਪਰਮੇਸ਼ਰ ਤੇ ਭੁੱਲਿਆਂ। ਵਿਆਪਨ ਸਭੇ ਰੋਗ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਉਂ ਵੀ ਸਾਨੂੰ ਕੋਈ ਔਗਣ ਜਿਹੜੇ ਲੱਗ ਜਾਂਦੇ ਹਨ, ਔਗਣ ਸਾਡੇ ਵਿੱਚ ਆ ਜਾਂਦੇ ਹਨ, ਮਾੜੇ ਕਰਮ ਜਿਹੜੇ ਉਹਨਾਂ ਦਾ ਫਲ ਆ ਜਾਂਦਾ ਅੱਗੇ, ਤੇ ਕਈ ਤਰ੍ਹਾਂ ਦੀਆਂ ਸਾਨੂੰ ਸਮੱਸਿਆ ਬਣ ਜਾਂਦੀਆਂ ਹਨ। ਕਦੀ ਅਸੀਂ ਕਿਸੇ ਦਾ ਨਾਂ ਲਾਉਂਦੇ, ਕਿਸੇ ਕੁਝ ਕਰ ਦਿੱਤਾ, ਕਦੇ ਹੋਰ ਕਿਸੇ ਨੂੰ ਦੋਸ਼ ਦਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣਿਆਂ। ਭਾਈ ਜੋ ਤੂੰ ਕੀਤਾ ਹੈ ਤੇਰਾ ਕੀਤਾ ਹੀ ਤੇਰੇ ਅੱਗੇ ਆਉਣਾ ਹੈ। ਉਹ ਪਰਮੇਸ਼ਰ ਤੇ ਨਿਰਵੈਰ, ਕਿਸੇ ਨਾਲ ਵੈਰ ਨਹੀਂ ਕਰਦਾ। ਉਹਨੇ ਅਧਿਕਾਰ ਦਿੱਤਾ ਹੈ ਕਿ ਜਿਹੋ ਜਿਹਾ ਕਰੇਗਾ ਤੈਸਾ ਤੂੰ ਭਰੇਗਾ। ਇਸ ਕਰਕੇ ਚੰਗਾ ਕਰੇਗਾ ਤੇ ਚੰਗਾ ਫਲ ਮਿਲੇਗਾ। ਜਿਨੇ ਰਾਵਿਆ ਸੋ ਪ੍ਰਭੂ ਤਿੰਨਾ ਪਾਦ ਮਣਾ। ਕਹਿੰਦੇ ਜਿਨ੍ਹਾਂ ਨੂੰ ਸਦਾ ਹੀ ਯਾਦ ਕੀਤਾ, ਉਹਨੂੰ ਸਿਮਰਿਆ ਹੈ, ਰਾਵਿਆ ਤੋਂ ਭਾਵ ਉਹਨੂੰ ਧਿਆਉਣਾ ਕੀਤਾ ਹੈ, ਤੇ ਮਨਾ ਮੂੰਹ ਉਹਨਾਂ ਦੇ ਭਾਗ ਬਣ ਗਏ, ਉਹਨਾਂ ਨੂੰ ਸੁੱਖ ਮਿਲ ਗਿਆ। ਉਹ ਸੁੱਖ ਦੀ ਗਿਣਤੀ ਨਹੀਂ, ਵਿਛੋੜੇ ਦਾ ਦੁੱਖ ਨਹੀਂ ਗਿਣਿਆ ਜਾਂਦਾ, ਮੁਸ਼ਕਲਾਂ ਨਹੀਂ ਗਿਣੀਆਂ ਜਾਂਦੀਆਂ, ਤੇ ਮਿਲਾਪ ਦੇ ਸੁੱਖ ਜਿਹੜੇ ਸਹੂਲਤਾਂ ਨਹੀਂ ਗਿਣੀਆਂ ਜਾਂਦੀਆਂ। ਮਹਾਰਾਜ ਉਧਰ ਵੀ ਇੰਨੀ ਬੇਅੰਤ ਕਿਰਪਾ ਕਰ ਦਿੰਦਾ ਹੈ। ਨਾਨਕ ਪਿਆਸ ਮਨਾ। ਆਮ ਹਰ ਇੱਕ ਜੀਵ ਦਾ ਮਨ ਚਾਹੁੰਦਾ ਕਿ ਮੈਂ ਰੱਬ ਨੂੰ ਮਿਲ ਪਵਾਂ। ਉਹ ਰੱਬ ਕਿਹੋ ਜਿਹਾ ਹੈ, ਕਦੋਂ ਮੇਰਾ ਮਿਲਾਪ ਹੋਏਗਾ। ਹਰ ਮਿਲਣੇ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਡੇ ਅੰਦਰ ਪਿਆਸ ਲੱਗੀ ਹੈ ਇਹਨੂੰ ਮਿਲਣ ਦੀ। ਜਿੰਨਾ ਚਿਰ ਸਾਨੂੰ ਪਿਆਸ ਨਹੀਂ ਲੱਗਦੇ ਤੇ ਪਾਣੀ ਪੀਣ ਨੂੰ ਫਿਰ ਮਨ ਨਹੀਂ ਕਰਦਾ ਉਹਨਾਂ ਚਿਰ, ਕਿਉਂਕਿ ਜਿਨ ਕੋ ਲੱਗੀ ਪਿਆਸ, ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਤੇਹ ਲੱਗੀ ਹੈ ਨਾਮ ਦੀ, ਉਹੀ ਅੰਮ੍ਰਿਤ ਨਾਮ ਜਿਹੜਾ ਇਹਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਓ ਭਾਈ, ਜਿਸ ਸਿਮਰਤ ਸੁਖ ਪਾਈਏ ਸਭ ਤਿਖਾ ਬੁਝਾਈ। ਇਸ ਕਰਕੇ ਸਾਰੀਆਂ ਤ੍ਰਿਸ਼ਨਾ ਭੁੱਖਾਂ ਤਿਆਂ ਦੂਰ ਹੋ ਜਾਂਦੀਆਂ ਹਨ, ਜਿਹਨੂੰ ਇਹ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ।
ਚਿਤ ਮਲਾਏ ਸੋ ਪ੍ਰਭੂ ਤਿਸ ਕੇ ਪਾਏ ਲਗਾ। ਕਹਿੰਦੇ ਮਹਾਰਾਜ ਕਿਰਪਾ ਕਰ, ਜਿਹੜਾ ਵੀ ਸਾਨੂੰ ਇਸ ਮਹੀਨੇ ਦੇ ਵਿੱਚ ਜਿਹੜਾ ਤੂੰ ਇਹ ਸਾਲ ਆਰੰਭ ਕਰਵਾਇਆ ਹੈ ਆਪਦੀ ਰਹਿਮਤ ਦਾ ਸਦਕਾ, ਤੇਰੀ ਕਿਰਪਾ ਨਾਲ ਇਹ ਮਹੀਨਾ ਆਰੰਭ ਹੋਇਆ। ਸਮਾਂ ਇਹ ਜਿਹੜਾ ਹੈ, ਇਹ ਸਮੇਂ ਦੇ ਵਿੱਚ ਜਿਹੜਾ ਵੀ ਸਾਨੂੰ ਤੇਰੇ ਨਾਲ ਮਿਲਾ ਦਵੇ ਉਹਦੇ ਚਰਨੀ ਲੱਗਣਾ ਕਰਾਂ। ਤੇ ਇਹ ਸਾਨੂੰ ਕਈ ਵਾਰ ਭੁਲੇਖਾ ਪੈ ਜਾਂਦਾ ਹੈ, ਅਸੀਂ ਜਾਂ ਤੇ ਹਰੇਕ ਨੂੰ ਬ੍ਰਹਮ ਗਿਆਨੀ ਬਣਾ ਦਿੰਦੇ ਹਾਂ ਤੇ ਜਾਂ ਸਾਰਿਆਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਸਾਰੇ ਇੱਕ ਬਰਾਬਰ, ਕੋਈ ਵੱਡਾ ਨਹੀਂ। ਭਾਈ ਸਤਿਗੁਰੂ ਜੀ ਕਹਿੰਦੇ ਜਿਹਨੂੰ ਉਹਨੇ ਵਡਿਆਈਆਂ ਬਖਸ਼ੀਆਂ ਨੂੰ ਉਹਨੂੰ ਵੱਡਾ ਮੰਨਿਆ ਜਾਵੇਗਾ। ਇਸ ਕਰਕੇ ਜਿਹੜਾ ਰਾਤ ਦਿਨ ਉਹਨੂੰ ਯਾਦ ਕਰਨ ਵਾਲਾ ਹੈ, ਸੇਵਾ ਕਰਨ ਵਾਲਾ, ਸਿਮਰਨ ਕਰਨ ਵਾਲਾ, ਸਤ ਸੰਗਤ ਕਰਨ ਵਾਲਾ ਹੈ, ਤੇ ਇੱਕ ਆਮ ਜੀਵ ਜਿਹੜਾ ਹੈ ਉਹਦੀ ਬਰਾਬਰੀ ਕਿਵੇਂ ਕਰੇਗਾ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਮਹਾਰਾਜ ਕਿਰਪਾ ਕਰੇ, ਸਮਾਂ ਤਾਂ ਹੀ ਸਫਲਾ ਹੈ ਜੇ ਤੇਰੇ ਨਾਲ ਸਾਡਾ ਮਿਲਾਪ ਹੋ ਜਾਵੇ, ਤੇਰੇ ਨਾਮ ਦੀ ਕਿਰਪਾ ਹੋ ਜਾਵੇ, ਤੇਰੇ ਦਰਸ਼ਨ ਦਿਦਾਰੇ ਹੁੰਦੇ ਰਹਿਣ। ਗੁਰੂ ਪਿਆਰੀ ਸਾਧ ਸੰਗਤ ਦੇ ਨਾਲ ਹੀ ਅੱਜ ਦੀ ਵਿਚਾਰ ਦੀ ਇੱਥੇ ਵਿਸਰਾਮਤਾ ਹੈ। ਸਤਿਗੁਰੂ ਜੀ ਇੱਥੇ ਹੀ ਇਹਨਾਂ ਸ਼ਬਦਾਂ ਦੀ, ਇਸ ਦੀ ਤੁਕਾਂ ਦੀ ਸੰਪੂਰਨਤਾ ਕੀਤੀ ਹੈ। ਮਹਾਰਾਜ ਕਿਰਪਾ ਕਰੇ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰੇ, ਧਰਮ ਦਾ ਪੰਥ ਦਾ ਵਾਧਾ ਹੋਵੇ, ਏਕਤਾ ਹੋਵੇ। ਇੰਨੇ ਸਮੇਂ 'ਚ ਇਸ ਅਣਜਾਣ ਮੂਰਖ ਜੀਵ ਕੋਲੋਂ ਬੇਅੰਤ ਭੁੱਲਾਂ ਚੁੱਕਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ, ਅੱਗੇ ਉਹਨਾਂ ਨੂੰ ਨਾ ਚਤਾਰਨਾ, ਅੱਗੇ ਤੋਂ ਸੋਝੀ ਬਖਸ਼ਣੀ, ਧਰਮ ਦਾ ਪੰਥ ਦਾ ਸੰਗਤ ਦਾ ਵਾਧਾ ਹੋਵੇ, ਏਕਤਾ ਹੋਵੇ। ਸਤਿਗੁਰੂ ਆਪਣੇ ਸੇਵਕਾਂ ਦੀ ਅੰਗ ਸੰਗ ਸਹਾਇਤਾ ਕਰਨ, ਬਾਦ ਘਾਟ ਤੋਂ ਬਚਾਈ ਰੱਖਣ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਬੇਅੰਤ ਸੇਵਾ ਕੀਤੀ, ਸਤਿਗੁਰੂ ਜੀ ਸਾਡੀ ਭੇਟਾ ਮਨਜ਼ੂਰ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਣ, ਆਪਣੇ ਚਰਨਾਂ ਦਾ ਪ੍ਰੇਮ ਬਖਸ਼ਣ। ਗੁਰੂ ਪਿਆਰੀ ਸਾਧ ਸੰਗਤ ਹੁਣ ਕੜਾ ਪ੍ਰਸ਼ਾਦੀ ਦੇਗ ਵਰਤ ਰਹੀ ਹੈ, ਪ੍ਰੰਤ ਸੇਵਕਾਂ ਨੇ ਜੋ ਗੁਰੂ ਕੇ ਲੰਗਰ ਵਿੱਚ ਜਲ ਪਾਣੀ ਦਾ ਪ੍ਰਬੰਧ ਕੀਤਾ ਹੈ, ਦੇਗ ਪ੍ਰਾਪਤ ਕਰਕੇ ਗੁਰੂ ਕੇ ਲੰਗਰ ਵਿੱਚ ਪ੍ਰੇਮ ਨਾਲ ਹਾਜ਼ਰੀਆਂ ਲਵਾਉਣੀਆਂ। ਭੁੱਲਾਂ ਚੁੱਕਾਂ ਦੀ ਦੁਬਾਰਾ ਖਿਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।